ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਨਾਮਜ਼ਦਗੀ ਭਰਨ ਨੂੰ ਬਚੇ 3 ਦਿਨ। ਸੰਯੁਕਤ ਸਮਾਜ ਮੋਰਚਾ ਨਹੀਂ ਹੋ ਰਿਹਾ ਰਜਿਸਟਰਡ, ਕਿਸਾਨਾਂ ਦੀ ਵਧੀ ਚਿੰਤਾ। ਪੰਜਾਬ ਦੀ ਹੌਟ ਸੀਟ ਲੰਬੀ ਤੋਂ ਕਾਂਗਰਸ ਅਤੇ ਆਪ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ। ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਕਰਨਗੇ ਕਾਗਜ਼ ਦਾਖਲ। ਬਲਵੀਰ ਰਾਜੇਵਾਲ ਦਾ ਵੱਡਾ ਦਾਅਵਾ, ਕਿਹਾ ਇਸ ਵਾਰ ਬਣੇਗੀ ਕਿਸਾਨਾਂ ਤੇ ਮਜ਼ਦੂਰਾਂ ਦੀ ਸਰਕਾਰ। ਕੇਜਰੀਵਾਲ ਦਾ ਬਿਆਨ, ਸਰਕਾਰ ਬਣਨ ਤੇ ਦਫ਼ਤਰਾਂ ਵਿੱਚ ਲੱਗੇਗੀ ਭਗਤ ਸਿੰਘ ਦੀ ਫੋਟੋ। ਸ੍ਰੀ ਦਰਬਾਰ ਸਾਹਿਬ ਵਿਖੇ ਹੋਇਆ ਇੱਕ ਹੋਰ ਚਮਤਕਾਰ, ਕੈਂਸਰ ਪੀੜਤ ਬੀਬੀ ਹੋਈ ਤੰਦਰੁਸਤ। ਨਵਜੋਤ ਸਿੱਧੂ ਦੇ ਹੱਕ ਵਿੱਚ ਖੜੇ ਸੁਖਜਿੰਦਰ ਰੰਧਾਵਾ, ਭੈਣ ਵੱਲੋਂ ਲਗਾਏ ਇਲਜ਼ਾਮਾਂ ਨੂੰ ਦੱਸਿਆ ਕੋਰਾ ਝੂਠ। ਪੜ੍ਹਾਈ ਲਈ ਕੈਨੇਡਾ ਗਏ ਫਰੀਦਕੋਟ ਦੇ ਨੌਜਵਾਨ ਦੀ ਵਿਦੇਸ਼ ਵਿੱਚ ਸੜਕ ਹਾਦਸੇ 'ਚ ਹੋਈ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਪੰਜਾਬ ਦੀ ਸਿਆਸਤ ਵਿੱਚ ਸੰਯੁਕਤ ਸਮਾਜ ਮੋਰਚੇ ਨਾਲ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਕਿਸਾਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ। ਚੋਣਾਂ ਵਿੱਚ ਗੁਰਨਾਮ ਸਿੰਘ ਚੜੂਨੀ ਗਰੁੱਪ ਨਾਲ ਗੱਠਜੋੜ ਕਰਨ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਨੇ ਵੀ ਪੰਜਾਬ ਦੀਆਂ 102 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ। ਪਰ ਹੁਣ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਨੂੰ ਅਜੇ ਤੱਕ ਰਜਿਸਟਰਡ ਨਹੀਂ ਕੀਤਾ ਗਿਆ। ਨਾਮਜ਼ਦਗੀ ਭਰਨ ਲਈ ਸਿਰਫ 3 ਦਿਨ ਬਾਕੀ ਨੇ, ਜਿਨ੍ਹਾਂ ਵਿੱਚੋਂ ਇੱਕ ਦਿਨ ਸਰਕਾਰੀ ਛੁੱਟੀ ਹੈ। ਪਾਰਟੀ ਦੀ ਰਜਿਸਟ੍ਰੇਸ਼ਨ ਨਾ ਹੋਣ ਅਤੇ ਚੋਣ ਨਿਸ਼ਾਨ ਨਾ ਮਿਲਣ ਕਾਰਨ ਚੋਣ ਮੈਦਾਨ 'ਚ ਪ੍ਰਚਾਰ ਲਈ ਜਾਣ ਵਾਲੇ ਉਮੀਦਵਾਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਜੇ 2 ਦਿਨਾਂ ਦੇ ਅੰਦਰ ਪਾਰਟੀ ਦੀ ਰਜਿਸਟ੍ਰੇਸ਼ਨ ਅਤੇ ਚੋਣ ਨਿਸ਼ਾਨ ਨਾ ਮਿਲਿਆ ਤਾਂ ਉਮੀਦਵਾਰਾਂ ਲਈ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨ ਦਾ ਇੱਕੋ ਇੱਕ ਰਸਤਾ ਬਚਿਆ ਹੈ। ਪੰਜਾਬ 'ਚ 22 ਜਥੇਬੰਦੀਆਂ ਨੇ ਚੋਣ ਲੜਨ ਦਾ ਐਲਾਨ ਕੀਤਾ ਸੀ, ਜਿਸ ਤੇ ਕਈ ਲੋਕਾਂ ਨੇ ਉਹਨਾਂ ਦਾ ਸਮਰਥਨ ਵੀ ਕੀਤਾ ਹੈ। 31 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਭਰਨਗੇ ਆਪਣੇ ਨਾਮਜ਼ਦਗੀ ਪੇਪਰ। 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਸ ਦੇ ਚੱਲਦੇ ਵਿਧਾਨ ਸਭਾ ਹਲਕਾ ਲੰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਪਾਲ ਸਿੰਘ ਅਬੂਲ ਖੁਰਾਣਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਨਾਮਜ਼ਦਗੀ ਪੇਪਰ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਨੇ। ਉਹਨਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਪੰਜਾਬ ਦੀ ਅਹਿਮ ਸੀਟ ਮੰਨੀ ਜਾਂਦੀ ਵਿਧਾਨ ਸਭਾ ਹਲਕਾ ਲੰਬੀ ਦੀ ਸੀਟ ਉੱਪਰ ਪੂਰੇ ਪੰਜਾਬ ਦੀਆਂ ਨਜ਼ਰਾਂ ਨੇ। ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਪਾਰਟੀ ਵੱਲੋਂ ਜਗਪਾਲ ਸਿੰਘ ਅਬੂਲ ਖੁਰਾਣਾ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿੱਚ ਨੇ। ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਪਾਲ ਸਿੰਘ ਅਬੂਲ ਖੁਰਾਣਾ ਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਨੇ ਦੁਪਹਿਰ ਵੇਲੇ ਆਪਣੇ ਨਾਮਜ਼ਦਗੀ ਪੇਪਰ ਚੋਣ ਦਫ਼ਤਰ ਵਿਖੇ ਜਮ੍ਹਾਂ ਕਰਵਾਏ, ਜਿਨ੍ਹਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਅੱਜ ਅਸੀਂ ਆਪਣੇ ਕਾਗਜ਼ ਦਾਖਲ ਕਰ ਦਿੱਤੇ ਤੇ ਸਾਡੀ ਲੜਾਈ ਤੇਜ਼ ਹੈ, ਜਿੱਤਾਂਗੇ, ਪਰਮਾਤਮਾ ਦੀ ਕਿਰਪਾ ਹੈ, ਲੋਕ ਬਹੁਤ ਨਾਲ ਨੇ। ਕੀ ਮੰਨਦੇ ਹੋ ਵੀ ਕਿਸ ਨਾਲ ਲੜਾਈ ਛੁੱਟੀ ਹੈਗੀ ਆ? ਲੜਾਈ ਜਿਹੜਾ ਕਿਹੜੇ ਮੁੱਦਿਆਂ ਨੂੰ ਲੈ ਕੇ ਲੜਾਈ ਲੜਦੇ ਹੋ ਤੁਸੀਂ? ਲੜਾਈ ਤਾਂ ਸਾਰੀਆਂ ਪਾਰਟੀਆਂ ਦੀ ਹੋਇਆ ਕਰਦੀ ਹੈ, ਪਰ ਮੇਰੀ ਅਕਾਲੀ ਦਲ ਨਾਲ। ਤੁਹਾਡੇ ਕਵਰਿੰਗ ਕੈਂਡੀਡੇਟ ਕੌਣ ਨੇ ਜੀ? ਮੇਰੇ ਭੁਪਿੰਦਰ ਕੌਰ। ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਪਿੰਡਾਂ ਵਿੱਚ, ਜੋ ਤੁਸੀਂ ਲੰਬੀ ਦੇ ਪਿੰਡਾਂ ਵਿੱਚ ਬਹੁਤ ਹੀ ਵਧੀਆ ਮਿਲ ਰਿਹਾ। ਲੋਕਾਂ ਵਿੱਚ ਬੜਾ ਉਤਸ਼ਾਹ ਪਾਇਆ ਜਾਂਦਾ ਹੈ ਜੀ, ਬਹੁਤ ਹਮਦਰਦੀ ਹੈ ਸਾਡੇ ਪਰਿਵਾਰ ਨਾਲ। ਕਦੇ ਤੁਹਾਨੂੰ ਵਿਖਾਇਆ ਕਰੋ ਜੀ। ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਤੁਸੀਂ ਇਹ? ਮੁਕਾਬਲਾ ਅਕਾਲੀ ਦਲ ਨਾਲ ਹੀ ਹੈ। ਵੈਸੇ ਸਾਰੀਆਂ ਪਾਰਟੀਆਂ ਲੜ ਰਹੀਆਂ, ਮੁਕਾਬਲੇ ਵਾਲੇ ਤਾਂ ਪਿੱਛੇ ਰਹਿ ਗਏ ਜੀ। ਤੇ ਇੱਕ ਸਾਹਿਬ ਬਾਦਲ ਸਾਹਿਬ ਵੀ ਕੱਲ ਤੋਂ ਮੀਟਿੰਗਾਂ ਲੈ ਰਹੇ ਨੇ, ਉਸ ਚੀਜ਼ ਦਾ ਕੋਈ ਕੀ ਕਹਿਣਾ ਚਾਹੋਗੇ? ਬਾਦਲ ਨੇ ਆਪਦਾ ਕੰਮ ਹੈ ਜੀ, ਆਪਣੀ ਲੇਬਰ ਹੈ, ਉਹ ਆਪਣੀ ਕਰ ਰਹੇ ਨੇ। ਹਾਲਾਤ ਹੀ ਦੇਖ ਰਹੇ ਹੋ ਇਸ ਟਾਈਮ ਓਵਰਆਲ ਜਿਹੜਾ ਹਾਲਾਤ ਹੁਣ ਸਾਰਿਆਂ ਨੂੰ ਤੁਹਾਨੂੰ ਦਿਸ ਰਹੇ, ਮੈਂ ਕੀ ਦੇਖ ਕੇ ਦੱਸ ਸਕਦਾ। ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਉਤਰੇ ਸੰਯੁਕਤ ਸਮਾਜ ਮੋਰਚਾ ਦੀ ਅਜੇ ਤੱਕ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ, ਜਦਕਿ ਮੋਰਚੇ ਵੱਲੋਂ ਆਪਣੀ ਪਾਰਟੀ ਦੇ 102 ਉਮੀਦਵਾਰ ਮੈਦਾਨ ਵਿੱਚ ਖੜੇ ਕੀਤੇ ਗਏ ਨੇ। ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਪੂਰੀ ਉਮੀਦ ਸੀ ਕਿ ਸ਼ੁੱਕਰਵਾਰ ਨੂੰ ਚੋਣ ਨਿਸ਼ਾਨ ਮਿਲ ਜਾਏਗਾ, ਪਰ ਅਜਿਹਾ ਨਹੀਂ ਹੋਇਆ। ਇਸ ਕਾਰਨ ਉਮੀਦਵਾਰਾਂ ਦੀਆਂ ਚਿੰਤਾਵਾਂ ਵੱਧ ਗਈਆਂ ਨੇ। ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਸੀਂ ਇਸ ਲਈ ਚੋਣਾਂ ਲੜ ਰਹੇ ਹਾਂ ਕਿਉਂਕਿ ਲੰਬੇ ਸਮੇਂ ਤੋਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਹੈ। ਪੰਜਾਬ ਵਿੱਚ ਮਾਫੀਆ ਦਾ ਰਾਜ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਅਰਥ ਵਿਵਸਥਾ ਦੀ ਘਾਣ ਹੋ ਰਿਹਾ ਹੈ।
ਇਸ ਲਈ ਅਸੀਂ ਜੇਕਰ ਅਜੇ ਵੀ ਸਮਾਜਿਕ ਅਤੇ ਆਰਥਿਕ ਬਦਲਾਅ ਨਾ ਆਇਆ ਤਾਂ ਪੰਜਾਬ ਖਤਮ ਹੋ ਜਾਏਗਾ। ਇਸ ਲਈ ਬਦਲਾਅ ਜ਼ਰੂਰੀ ਹੈ। ਇਸ ਤੋਂ ਇਲਾਵਾ ਰਾਜੇਵਾਲ ਨੇ ਕਿਹਾ, ਅਸੀਂ 2 ਜਾਂ 3 ਦਿਨਾਂ ਵਿੱਚ ਆਪਣੀ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਾਂਗੇ, ਜਿਸ ਵਿੱਚ ਸਹਿਕਾਰੀ ਸਭਾਵਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨ, ਖੇਤ ਮਜ਼ਦੂਰਾਂ ਤੋਂ ਕਰਜ਼ਾ ਮੁਆਫੀ ਵੇਲੇ ਵਿਆਜ ਨਹੀਂ ਲਿਆ ਜਾਏਗਾ। ਇਸ ਤੋਂ ਇਲਾਵਾ ਜੇਕਰ ਲੋਕਪਾਲ ਨੂੰ ਮਜ਼ਬੂਤ ਕਰੋਗੇ ਤਾਂ ਕਿ ਸਾਰੇ ਮਸਲੇ ਹੱਲ ਹੋ ਜਾਣਗੇ। ਰਾਜੇਵਾਲ ਨੇ 31 ਜਨਵਰੀ ਮਨਾਏ ਜਾ ਰਹੇ ਵਿਸ਼ਵਾਸਘਾਤ ਦਿਵਸ ਦੇ ਸੰਬੰਧ ਵਿੱਚ ਬੋਲਦਿਆਂ ਕਿਹਾ ਕਿ ਸਾਡੀ ਪਾਰਟੀ ਦੇ ਵਰਕਰ ਇਸ ਦਿਨ ਹਿੱਸਾ ਲੈਣਗੇ। ਅੱਜ ਮੈਂ ਇੱਕ ਗੱਲ ਕਹਿਣ ਲਈ ਤੁਹਾਨੂੰ ਕਸ਼ਟ ਦਿੱਤਾ ਹੈ। ਹੁਣ ਤੱਕ ਅਸੀਂ ਲੱਗੇ ਰਹੇ ਟਿਕਟਾਂ ਦੀ ਵੰਡ ਲਈ ਤੇ ਹੋਰ ਬਾਕੀ ਤਿਆਰੀਆਂ ਲਈ, ਕਿਧਰੇ ਪਾਰਟੀ ਦੀ ਰਜਿਸਟ੍ਰੇਸ਼ਨ ਦੇ ਝਮੇਲੇ, ਕਿਧਰੇ ਸਿੰਬਲ ਦਾ ਹੱਲ ਨਹੀਂ ਹੋਇਆ। ਪਰ ਮੀਡੀਆ 'ਚ ਪ੍ਰੋਪਰਲੀ ਅਸੀਂ ਆ ਨਹੀਂ ਸਕੇ। ਇਸ ਲਈ ਅਸੀਂ ਕਿਉਂ ਇਹ ਚੋਣਾਂ ਦੇ ਵਿੱਚ ਚੋਣ ਮੈਦਾਨ 'ਚ ਆਏ ਹਾਂ, ਇਹਦੇ ਲਈ ਮੈਂ ਤੁਹਾਨੂੰ 2 ਗੱਲਾਂ ਕਰਨ ਲਈ ਸੱਦਾ ਦਿੱਤਾ ਹੈ। ਉਹ ਇਹ ਹੈ ਵੀ ਪੰਜਾਬ ਵਿੱਚ ਜਿਸ ਤਰ੍ਹਾਂ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਕੀਤਾ ਹੈ ਔਰ ਜਿਸ ਤਰ੍ਹਾਂ ਦਾ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਦਾ ਸਿਸਟਮ ਬਣ ਗਿਆ, ਉਹਦੇ ਨਾਲ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ। ਭੱਠਾ ਬੈਠਾ ਹੈ ਪੰਜਾਬ, ਕਰਜ਼ੇ 'ਚ ਹੈ 3.5 ਲੱਖ ਕਰੋੜ ਦੇ। ਪੰਜਾਬ ਵਿੱਚ ਹਰ ਪਾਸੇ ਕਰਪਸ਼ਨ ਦਾ ਬੋਲਬਾਲਾ ਹੈ, ਤਰ੍ਹਾਂ ਤਰ੍ਹਾਂ ਦੇ ਮਾਫੀਏ ਪੈਦਾ ਹੋ ਗਏ। ਸਾਡੀ ਨਵੀਂ ਜਨਰੇਸ਼ਨ ਵਿੱਚ ਬੇਵਿਸ਼ਵਾਸੀ ਦਾ ਮਾਹੌਲ ਹੈ। ਸਾਰੇ ਜਿਹੜੇ ਬੱਚੇ ਜਿਨ੍ਹਾਂ ਨੇ ਕੰਪੀਟੀਸ਼ਨ ਲੜਨੇ ਹੁੰਦੇ ਹੈ, ਉਹ ਸਾਰੇ ਇੱਥੋਂ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਨੇ। ਨਾਲ 50-50 ਲੱਖ ਰੁਪਈਆ ਫੀਸਾਂ ਦਾ ਲਈ ਜਾ ਰਹੇ ਨੇ। ਜਿੱਥੇ ਬ੍ਰੇਨ ਡਰੇਨ ਹੋ ਰਹੀ ਹੈ, ਉੱਥੇ ਇਕਨੋਮਿਕ ਡਰੇਨ ਵੀ ਹੋ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਕਿਸੇ ਵੀ ਸਰਕਾਰੀ ਦਫ਼ਤਰ 'ਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਲਗਾਈ ਜਾਏਗੀ। ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦਾ ਦੇਸ਼ ਦੀ ਆਜ਼ਾਦੀ 'ਚ ਵੱਡਾ ਯੋਗਦਾਨ ਰਿਹਾ ਹੈ। ਸ਼ਹੀਦੇ ਆਜ਼ਮ ਭਗਤ ਸਿੰਘ ਜੀ ਨੇ 23 ਸਾਲ ਦੀ ਉਮਰ ਵਿੱਚ ਦੇਸ਼ ਦੇ ਨਾਮ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ ਸੀ। ਹੌਲੀ-ਹੌਲੀ ਲੋਕ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਭੁੱਲਦੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਦਿੱਲੀ 'ਚ 26 ਜਨਵਰੀ ਦੇ ਮੌਕੇ ਤੇ ਐਲਾਨ ਕੀਤਾ ਗਿਆ ਕਿ ਦਿੱਲੀ 'ਚ ਡਾਕਟਰ ਅੰਬੇਦਕਰ ਜੀ ਦੇ ਵਿਚਾਰਾਂ ਦੀ ਹੀ ਚੱਲੇਗੀ ਅਤੇ ਦਿੱਲੀ ਦੇ ਸਰਕਾਰੀ ਦਫ਼ਤਰਾਂ 'ਚ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਸ਼ਹੀਦ ਆਜ਼ਮ ਅਤੇ ਬਾਬਾ ਸਾਹਿਬ ਦੇ ਵਿਚਾਰਾਂ ਦੀ ਹੀ ਚੱਲੇਗੀ। ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਸਰਕਾਰੀ ਦਫ਼ਤਰ 'ਚ ਕਿਸੇ ਵੀ ਨੇਤਾ ਜਾਂ ਮੁੱਖ ਮੰਤਰੀ ਦੀ ਤਸਵੀਰ ਨਹੀਂ ਲਗਾਈ ਜਾਏਗੀ, ਸਗੋਂ ਬਾਬਾ ਸਾਹਿਬ ਅਤੇ ਸ਼ਹੀਦ ਆਜ਼ਮ ਦੀ ਤਸਵੀਰ ਲਗਾਈ ਜਾਏਗੀ ਤਾਂ ਕਿ ਲੋਕ ਉਹਨਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰੇਰਣਾ ਲੈਂਦੇ ਰਹਿਣ। ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਦੇ ਅਸੀਂ ਫੈਨ ਨਹੀਂ ਸਗੋਂ ਭਗਤ ਹਾਂ ਅਤੇ ਉਹਨਾਂ ਦੀ ਪੂਜਾ ਕਰਦੇ ਹਾਂ। आप सब लोगों को मेरा नमस्कार, सबको मेरा प्रणाम, सत श्री अकाल। हमारे देश को आज़ाद हुए 75 साल हो गए। आज़ादी बड़ी मुश्किल से मिली थी। बहुत लोगों ने अपनी जान कुर्बान की, बहुत लोगों ने लंबा संघर्ष किया, उसके बाद आज़ादी मिली थी। लेकिन धीरे धीरे हम उन लोगों की कुर्बानी और उनके संघर्ष और उनके विचारों को भूलते जा रहे हैं। पूरे के पूरे सिस्टम के ऊपर गंदी राजनीति हावी होती जा रही है। आज़ादी दिलाने के लिए बहुत लोगों ने कुर्बानियां दी और किसी भी कुर्बानी या किसी भी संघर्ष को कम नहीं आंक सकते। लेकिन फिर भी अगर जितने लोगों ने कुर्बानियां दी और संघर्ष किया, उनको सबको अगर देखें तो 2 शख्सियत ऐसी नज़र आती हैं जो एक तरह से पूरे आज़ादी के आंदोलन को रिप्रेजेंट करती हैं, और वो हैं बाबा साहब अम्बेडकर और शहीद आज़म भगत सिंह। ये 2 आज़ादी के दीवाने ऐसे थे, ये 2 शख्सियत ऐसी थी जो एक तरह से सारा जितने भी लोग, जितने भी आज़ादी के सेनानी हुए, सबको रिप्रेजेंट करते हैं। बाबा साहब अम्बेडकर के हम केवल फैन नहीं हैं, हम उनके भक्त हैं, हम उनकी पूजा करते हैं। और ये मैंने कई जगह बोला है कि आइंस्टाइन ने महात्मा गांधी के लिए कहा था
कि आने वाली पीढ़ियां ये यकीन नहीं करेंगी कि ऐसा शख्स पृथ्वी के ऊपर, हार्ड मास का ऐसा शख्स पृथ्वी के ऊपर कभी पैदा हुआ था, कभी चला था। वो बात मैं बाबा साहब अम्बेडकर के लिए कहना चाहता हूं कि बाबा साहब अम्बेडकर का जो संघर्ष था, जो उन्होंने जिंदगी में हासिल किया, मेरा अपना मानना है कि आज जितना मैं उनको पढ़ता हूं, जितना हम लोग उनके बारे में, उनके विचार और उनके संघर्ष के बारे में पढ़ते हैं, यकीन नहीं होता कि ऐसा व्यक्ति पृथ्वी पे आया था। ਸ੍ਰੀ ਹਰਮੰਦਰ ਸਾਹਿਬ ਦੀ ਕਿਰਪਾ ਦਾ ਚਮਤਕਾਰ ਦਾ ਇੱਕ ਹੋਰ ਚਮਤਕਾਰ ਉਦੋਂ ਵੇਖਣ ਨੂੰ ਮਿਲਿਆ ਜਦੋਂ ਦਵਿੰਦਰ ਕੌਰ ਨਾਮ ਦੀ ਇੱਕ ਮਹਿਲਾ ਦਾ 3rd ਸਟੇਜ ਕੈਂਸਰ ਠੀਕ ਹੋ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਜੁਲਾਈ 2021 ਵਿੱਚ ਡਾਕਟਰਾਂ ਵੱਲੋਂ ਦਵਿੰਦਰ ਕੌਰ ਨੂੰ ਉਹਨਾਂ ਦੇ ਜੀਵਨ ਦੇ ਆਖਰੀ 2 ਮਹੀਨੇ ਦੱਸ ਦਿੱਤੇ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੇ ਗੁਰੂ ਰਾਮਦਾਸ ਦੇ ਦਰ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ। ਦਵਿੰਦਰ ਕੌਰ ਨੇ ਦੱਸਿਆ ਕਿ ਉਸਦੀ 7 ਸਾਲ ਦੀ ਬੱਚੀ ਸ੍ਰੀ ਅਖੰਡ ਪਾਠ ਸਾਹਿਬ ਸਰਵਣ ਲਈ ਵੀ ਆਉਂਦੀ ਸੀ ਅਤੇ ਭੋਗ ਪੈਣ ਤੋਂ ਉਪਰੰਤ ਜਦੋਂ ਉਸ ਬੱਚੀ ਨੇ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕੀਤੀ ਤਾਂ ਉਹ ਠੀਕ ਹੋ ਪਾਏ ਨੇ। ਉਹਨਾਂ ਨੇ ਕਿਹਾ ਕਿ ਉਹ ਕਈ ਡਾਕਟਰਾਂ ਕੋਲ ਜਾ ਚੁੱਕੇ ਸਨ, ਪਰ ਕਿਸੇ ਡਾਕਟਰ ਵੱਲੋਂ ਵੀ ਉਹਨਾਂ ਦਾ ਇਲਾਜ ਕਰਨ ਦੀ ਹਾਮੀ ਨਹੀਂ ਭਰੀ ਗਈ। ਅਖੀਰ ਵਿੱਚ ਡੀਐਮਸੀ ਹਸਪਤਾਲ ਦੇ ਡਾਕਟਰ ਦਵਿੰਦਰਪਾਲ ਸਿੰਘ ਨੇ ਉਹਨਾਂ ਦਾ ਇਲਾਜ ਕਰਨ ਦਾ ਨਿਸ਼ਚੈ ਕੀਤਾ। ਦੂਸਰੇ ਪਾਸੇ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ ਗਏ ਅਤੇ ਹੌਲੀ-ਹੌਲੀ ਸਿਹਤ ਵਿੱਚ ਸੁਧਾਰ ਹੋਣ ਲੱਗ ਪਿਆ। ਉਹਨਾਂ ਨੇ ਕਿਹਾ ਜਦੋਂ ਟੈਸਟ ਦੀ ਰਿਪੋਰਟ ਆਈ ਤਾਂ ਉਸ ਵਿੱਚ ਕੈਂਸਰ ਬਿਲਕੁਲ ਠੀਕ ਹੋ ਚੁੱਕਾ ਹੈ। ਉਹਨਾਂ ਨੇ ਕਿਹਾ ਕਿ 3rd ਸਟੇਜ ਦਾ ਕੈਂਸਰ, ਜਿਸ ਵਿੱਚ ਕਿਸੇ ਤਰ੍ਹਾਂ ਦਾ ਆਪਰੇਸ਼ਨ ਵੀ ਨਹੀਂ ਕੀਤਾ ਜਾ ਸਕਦਾ, ਠੀਕ ਹੋ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਅੱਜ ਉਹਨਾਂ ਨੇ ਇਹ ਦਾਤ ਪਾਈ ਹੈ, ਜਿਸ ਦਾ ਸ਼ੁਕਰਾਨਾ ਕਰਨ ਲਈ ਉਹ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਆਏ ਨੇ। ਅੱਗੇ ਬੋਲਦੇ ਹੋਏ ਦਵਿੰਦਰ ਕੌਰ ਨੇ ਜਨਤਾ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਕਦੋਂ ਪੰਜਾਬੀ ਕਿਸੇ ਵੀ ਬਿਮਾਰੀ ਵਿੱਚ ਜਿਸ ਤਰ੍ਹਾਂ ਦੇ ਡਾਕਟਰ ਦੀ ਦਵਾਈ ਜ਼ਰੂਰੀ ਹੈ, ਪਰ ਪ੍ਰਮਾਤਮਾ ਦੀ ਕਿਰਪਾ ਉਸ ਤੋਂ ਵੀ ਜ਼ਰੂਰੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਵਿੰਦਰ ਕੌਰ ਹੈ, ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ। ਪਿਛਲੇ ਸਾਲ 2021 ਦੇ ਵਿੱਚ ਮਾਰਚ ਦੇ ਵਿੱਚ ਮੈਨੂੰ ਕੈਂਸਰ ਡਿਟੈਕਟ ਹੋਇਆ ਸੀਗਾ। ਲਾਸਟ ਸਟੇਜ ਕੈਂਸਰ ਸੀਗਾ, ਸਟੇਜ 4 ਕੈਂਸਰ, ਕੋਲਨ ਕੈਂਸਰ ਸੀਗਾ, ਜਿਹੜਾ ਕਿ ਮੈਟਾਸਾਈਜ਼ ਹੋ ਕੇ ਵੱਧ ਕੇ ਮੇਰੇ ਲੀਵਰ ਤੇ ਮੇਰੇ ਬ੍ਰੈਸਟ 'ਚ ਜਾ ਚੁੱਕਾ ਸੀਗਾ ਤੇ ਬਹੁਤ ਜ਼ਿਆਦਾ ਫੈਲ ਚੁੱਕਾ ਸੀਗਾ। ਡਾਕਟਰਾਂ ਨੇ ਸਿਰਫ 2 ਮਹੀਨਿਆਂ ਦਾ ਟਾਈਮ ਦਿੱਤਾ ਸੀਗਾ ਕਿ ਮੁਸ਼ਕਿਲ ਹੀ ਹੈ ਬਚਣਾ, ਈਵਨ ਕੀਮੋ ਕਰਾਵਾਂਗੇ ਜੇ ਸਰਜਰੀ ਤੇ ਹੋ ਨਹੀਂ ਸਕਦੀ ਸੀਗੀ ਕਿਉਂਕਿ ਬਹੁਤ ਜ਼ਿਆਦਾ ਫੈਲ ਚੁੱਕਾ ਸੀਗਾ। ਤੇ 2 ਮਹੀਨਿਆਂ ਦਾ ਟਾਈਮ ਡਾਕਟਰਸ ਨੇ ਦੇ ਦਿੱਤਾ ਸੀਗਾ ਕਿ ਪਤਾ ਨਹੀਂ ਟ੍ਰੀਟਮੈਂਟ ਤੋਂ ਬਾਅਦ ਵੀ ਮੈਂ ਬਚ ਪਾਵਾਂਗੀ ਨਹੀਂ ਬਚ ਪਾਵਾਂਗੀ। ਬਟ ਮੈਨੂੰ ਜਦੋਂ ਡਿਟੈਕਟ ਹੋਇਆ ਸੀਗਾ ਉਦੋਂ ਤੋਂ ਗੁਰੂ ਰਾਮਦਾਸ ਜੀ 'ਤੇ ਬਹੁਤ ਵਿਸ਼ਵਾਸ ਹੈ ਕਿ ਮੈਂ ਸੇਵਾ ਲਈ ਆਉਂਦੀ ਹੁੰਦੀ ਸੀਗੀ ਪਹਿਲੇ ਵੀ, ਅਤੇ ਮੈਨੂੰ ਇੰਨਾ ਪਤਾ ਸੀਗਾ ਜੇ ਬਿਮਾਰੀ ਆਈ ਹੈ ਉਹਦਾ ਇਲਾਜ ਮੈਨੂੰ ਇਸ ਦਰ ਤੋਂ ਇਲਾਵਾ ਹੋਰ ਕਿਤੇ ਨਹੀਂ ਮਿਲੇਗਾ। ਮੈਂ ਜਿੰਨੇ ਵੀ ਟ੍ਰੀਟਮੈਂਟਸ ਹੈਗੇ ਆ, ਮੈਂ ਕੀਮੋ ਕਰਾਉਣ ਤੋਂ ਮਨਾ ਕਰ ਦਿੱਤਾ ਕਿ ਜੇ 2 ਮਹੀਨੇ ਹੈਗੇ ਆ ਤਾਂ ਮੈਂ ਆਪਣੀ ਛੋਟੀ ਜਿਹੀ ਡਾਟਰ ਹੈਗੇ ਮੇਰੀ 7 ਸਾਲ ਦੀ, ਅਤੇ ਮੈਂ ਉਹਦੇ ਨਾਲ ਬਿਤਾਉਣਾ ਚਾਹਾਂਗੀ। ਅਤੇ ਜਿੰਨੇ ਵੀ ਆਲਟਰਨੇਟਿਵ ਟ੍ਰੀਟਮੈਂਟਸ ਹੈਗੇ ਨੇ ਇੰਡੀਆ ਦੇ ਵਿੱਚ ਕੈਂਸਰ ਦੇ ਨਾਮ 'ਤੇ ਮੈਨੂੰ ਲੱਗਦਾ ਬਹੁਤ ਇਲਾਜ ਲੋਕੀ ਕਰਦੇ ਆ, ਅਤੇ ਉਹ ਸਾਰੇ ਇਲਾਜ ਮੈਂ ਕੋਸ਼ਿਸ਼ ਕੀਤੀ ਕਰਵਾਉਣ ਦੀ। ਮਕਲੋਡਗੰਜ ਤੱਕ ਹੋ ਕੇ ਆਈ, ਸ਼ਿਮਲਾ ਦੇ ਵਿੱਚ ਕੋਈ ਕਹਿੰਦੇ ਆ ਉੱਥੇ ਇਲਾਜ ਹੁੰਦਾ ਆ, ਬਟ ਉਹ ਸਾਰੇ ਟ੍ਰੀਟਮੈਂਟਸ ਕਰਾਉਣ ਦੇ ਨਾਲ ਮੇਰੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਗਈ। ਅਤੇ ਮੈਂ ਜ਼ਰੂਰ ਦੱਸਣਾ ਚਾਹਾਂਗੀ ਸਾਰੇ ਸਰੋਤਿਆਂ ਨੂੰ ਜਿਹੜੇ ਲੋਕੀ ਦੇਖ ਰਹੇ ਨੇ ਕਿ ਕੈਂਸਰ ਇੱਕ ਇਹੋ ਜਿਹੀ ਬਿਮਾਰੀ ਹੈ ਜਿਹਦਾ ਪ੍ਰੋਪਰ ਇਲਾਜ ਨਾ ਹੋਵੇ ਅਤੇ ਉਹ ਜਾਨਲੇਵਾ ਹੈਗੀ ਆ, ਸੱਚਾਈ ਹੈ ਇਸ ਚੀਜ਼ ਦੀ। ਬਟ ਜੇ ਤੁਹਾਨੂੰ ਸਹੀ ਇਲਾਜ ਮਿਲ ਜਾਏ ਔਰ ਇਲਾਜ ਦੇ ਨਾਲ ਆਪਣੇ ਰੱਬ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿੱਥੋਂ ਇਹ ਪ੍ਰੋਬਲਮ ਆਉਂਦੀ ਜ਼ਰੂਰ ਹੈ ਲੇਕਿਨ ਉਸ ਦੁੱਖ ਨੂੰ ਝੱਲਣ ਦੀ ਸ਼ਕਤੀ ਤੁਹਾਨੂੰ ਸਿਰਫ ਔਰ ਸਿਰਫ ਤੁਹਾਡੇ ਰੱਬ ਹੀ ਦੇ ਸਕਦਾ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ। ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਜੋ ਉਸਦੀ ਭੈਣ ਵੱਲੋਂ ਦੋਸ਼ ਲਗਾਏ ਜਾ ਰਹੇ ਹਨ, ਉਹ ਚੋਣਾਂ ਦੇ ਦੌਰਾਨ ਹੀ ਦੋਸ਼ ਕਿਉਂ ਲਗਾਏ ਜਾ ਰਹੇ ਹਨ, ਪਹਿਲਾਂ ਕਿਉਂ ਨਹੀਂ ਲਗਾਇਆ ਗਿਆ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਗਲਤ ਬੰਦਾ ਨਹੀਂ ਹੈ, ਉਹ ਚੰਗਾ ਇਨਸਾਨ ਹੈ ਅਤੇ ਆਪਣੇ ਕੋਲੋਂ ਹੀ ਲੱਖਾਂ ਰੁਪਏ ਦਾ ਦਾਨ ਕਰ ਦਿੰਦਾ ਹੈ। ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ ਨੂੰ ਤਿੱਖੇ ਸ਼ਬਦੀ ਵਾਰ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਜੋ ਮਾਮਲਾ ਦਰਜ ਹੋਇਆ ਹੈ ਉਸ ਤੇ ਮਾਨਯੋਗ ਅਦਾਲਤ ਨੇ ਜੋ ਆਰਡਰ ਕੀਤੇ ਹਨ ਉਹਨਾਂ ਤੋਂ ਸਪਸ਼ਟ ਹੈ ਕਿ ਕੋਈ ਰਾਜਨੀਤਿਕ ਬਦਲਾਖੋਰੀ ਨਹੀਂ ਬਲਕਿ ਸਬੂਤਾਂ ਦੇ ਆਧਾਰ ਤੇ ਮਾਮਲਾ ਚੱਲ ਰਿਹਾ ਹੈ। ਉੱਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਾਰੀਫਾਂ ਦੇ ਫੁੱਲ ਬੰਨੇ ਅਤੇ ਕਿਹਾ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਕਮਾਨ ਸੀ ਉਦੋਂ ਤੱਕ ਪੰਜਾਬ ਵਿੱਚ ਨਾ ਤਾਂ ਨਸ਼ਾ ਸੀ, ਨਾ ਹੀ ਮਾਫੀਆ ਰਾਜ ਅਤੇ
ਜਦੋਂ ਤੋਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਇਹ ਸਾਲੇ ਜੀਜੇ ਦੇ ਹੱਥ ਵਿੱਚ ਕਮਾਂਡ ਆਈ ਹੈ, ਉਸ ਤੋਂ ਬਾਅਦ ਹੀ ਪੰਜਾਬ ਵਿੱਚ ਨਸ਼ਾ ਅਤੇ ਮਾਫੀਆ ਅਤੇ ਗੈਂਗਸਟਰ ਉੱਭਰੇ ਹਨ। ਇਸ ਦੇ ਨਾਲ ਹੀ ਪੈਗਾਸਸ ਜਾਸੂਸੀ ਸੌਫਟਵੇਅਰ ਮਾਮਲੇ 'ਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੱਤਾ 'ਚ ਰਹਿਣ ਲਈ ਹਰ ਤਰ੍ਹਾਂ ਗਲਤ ਢੰਗ ਨਾਲ ਕਾਰਵਾਈ ਕੀਤੀ ਹੈ ਅਤੇ ਪੈਗਾਸਸ ਜਾਸੂਸੀ ਸੌਫਟਵੇਅਰ ਮਾਮਲਾ ਤਾਂ ਸਿੱਧੇ ਤੌਰ ਤੇ ਨਿੱਜੀ ਜ਼ਿੰਦਗੀ ਜਿਉਣ ਦੇ ਹੱਕ ਨੂੰ ਖੋਹਣ ਵਾਲਾ ਮਾਮਲਾ ਹੈ ਅਤੇ ਗੰਭੀਰ ਮਾਮਲਾ ਹੈ। ਉੱਥੇ ਔਰਤਾਂ ਨੂੰ ਪੰਜਾਬ 'ਚ ਕਾਂਗਰਸ ਪਾਰਟੀ ਵੱਲੋਂ ਘੱਟ ਟਿਕਟਾਂ ਦੇਣ ਦੇ ਮਾਮਲੇ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਨ੍ਹਾਂ ਹਲਕਿਆਂ 'ਚ ਔਰਤਾਂ ਨੇ ਮੰਗ ਕੀਤੀ ਸੀ ਉੱਥੇ ਟਿਕਟਾਂ ਦਿੱਤੀਆਂ ਗਈਆਂ ਨੇ। ਹਾਂਜੀ, ਅੱਜ ਮੈਂ ਨੋਮੀਨੇਸ਼ਨ ਦਾਖਲ ਕੀਤੇ ਨੇ ਔਰ ਪੰਜਾਬ 'ਚ ਤਕਰੀਬਨ ਕਾਂਗਰਸ ਵਾਲਿਆਂ ਨੇ 25 ਤੋਂ ਹੀ ਸਟਾਰਟ ਕੀਤੇ ਸੀ। ਅੱਜ ਨੋਮੀਨੇਸ਼ਨ ਪੇਪਰ ਦਾਖਲ ਕਰਕੇ ਇੱਕ ਪ੍ਰੋਪਰ ਜਿਹੜੀ ਇਲੈਕਸ਼ਨ ਵੀ ਸਟਾਰਟ ਹੋ ਗਈ ਹੈ। ਕਈਆਂ ਦਿਨਾਂ ਤੋਂ ਇਲੈਕਸ਼ਨ ਜਿਹੜੀ ਸੀ ਚੱਲ ਰਹੀ ਸੀ, ਪਰ ਜਿਸ ਦਿਨ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਜਾਂਦੇ ਪ੍ਰੈਸ ਵਾਲਿਆਂ ਨੂੰ ਉਸ ਦਿਨ ਹੀ ਹੁੰਦਾ ਕਿ ਹੁਣ ਐਕਚੁਅਲ ਇਲੈਕਸ਼ਨ ਜਿਹੜੀ ਹੈ ਸਟਾਰਟ ਹੋ ਗਈ ਹੈ। ਵਾਹਿਗੁਰੂ ਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਇਸ ਹਲਕੇ 'ਚੋਂ ਡੇਰਾ ਬਾਬਾ ਨਾਨਕ 'ਚੋਂ 2 ਵਾਰਾਂ ਲਗਾਤਾਰ ਗੁਰੂ ਮਹਾਰਾਜ ਨੇ ਜਿੱਤ ਬਖਸ਼ੀ ਆ ਔਰ ਤੀਜੀ ਵਾਰੀ ਫਿਰ ਅਰਦਾਸ ਕਰਕੇ ਆਇਆ ਕਿ ਬਾਬਾ ਨਾਨਕ, ਜੇ ਤੇਰੀ ਸੇਵਾ ਕੀਤੀ ਹੈ, ਤੇਰੇ ਇਲਾਕੇ ਦੀ ਸੇਵਾ ਕੀਤੀ ਆ ਤੇ ਮੇਰੇ 'ਤੇ ਕਿਰਪਾ ਕਰ ਔਰ ਤੀਜੀ ਵਾਰਾਂ ਵੀ ਜਿੱਤ ਦਵਾ ਤਾਂ ਕਿ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕੇ। ਕਵਰਿੰਗ ਕੈਂਡੀਡੇਟ ਮੇਰੇ ਮੈਸੇਜ ਨੇ, ਪਿਛਲੀ ਵਾਰ ਵੀ ਉਹੀ ਸੀਗੇ ਤੇ ਐਤਕੀ ਵੀ ਉਹ ਮੇਰੇ ਕਵਰਿੰਗ ਕੈਂਡੀਡੇਟ। ਉਹਨਾਂ ਨੂੰ ਲੱਕੀ ਚਾਮ ਮੰਨਿਆ ਜਾਏ ਜੀ, ਪਿਛਲੀ ਵਾਰੀ ਵੀ ਜਿੱਤ ਗਏ ਤੇ ਐਤਕੀ ਕਵਰਿੰਗ ਕੈਂਡੀਡੇਟ ਉਹੀ ਨੇ। ਹਾਂ, ਉਹ ਪਿਛਲੀ ਵਾਰ ਵੀ ਉਹੀ ਸੀਗੇ ਤੇ ਐਤਕੀ ਵੀ ਉਹਨੇ। ਵੇਖੋ, ਗੁਰੂ ਸਾਹਿਬ ਨੇ ਜਿਹੜਾ ਸਾਡਾ ਗ੍ਰਸਤ ਜਿਹੜਾ ਉਹਨੂੰ ਗ੍ਰਸਤ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਤੇ ਜੇ ਘਰ ਦੀ ਗ੍ਰਹਿਣੀ ਸਿਆਣੀ ਹੋਵੇ ਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲਦੀ ਹੋਵੇ, ਉਹ ਹਮੇਸ਼ਾ ਹੀ ਤੁਹਾਡੇ ਲਈ ਲੱਕੀ ਹੁੰਦੀ ਹੈ। ਵਿਦੇਸ਼ ਦੀ ਧਰਤੀ ਤੋਂ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ, ਜਦੋਂ ਫਰੀਦਕੋਟ ਦੇ ਕਰੀਬ 25 ਸਾਲ ਦੇ ਨੌਜਵਾਨ ਸੁਮੀਤ ਕਟਾਰੀਆ ਜੋ ਪੜ੍ਹਾਈ ਲਈ ਵਿਦੇਸ਼ ਗਿਆ ਸੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸੁਮੀਤ ਕਟਾਰੀਆ ਦੀ ਕੈਨੇਡਾ ਦੇ ਬਰੈਂਪਟਨ ਵਿਖੇ ਬੀਤੀ ਰਾਤ 9:15 ਤੇ ਮੇਵਿਸ ਕਲੈਮੈਂਟਾਈਨ ਖੇਤਰ ਵਿੱਚ ਵਾਪਰੇ ਸੜਕ ਹਾਦਸੇ 'ਚ ਮੌਤ ਹੋ ਗਈ। ਫਰੀਦਕੋਟ ਦਾ ਸੁਮੀਤ ਕਟਾਰੀਆ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋ ਕਰੀਬ 4 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ, ਜਿਸ ਦੀ ਪੜ੍ਹਾਈ ਖਤਮ ਹੋ ਰਹੀ ਸੀ ਅਤੇ ਥੋੜੇ ਦਿਨਾਂ ਤੱਕ PR ਹੋ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਵੱਲੋਂ ਉਸ ਦੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ 'ਚ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਮਾਣਯੋਗ ਕੋਰਟ ਵੱਲੋਂ ਜ਼ਮਾਨਤ ਤੇ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਮਾਣਯੋਗ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦਾ ਭੁਲੱਥ ਪਹੁੰਚਣ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਜਗਜੀਤ ਬਿੱਟੂ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ, ਜਿੱਥੇ ਸਮੂਹ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਬੇਕਸੂਰ ਨੇ ਅਤੇ ਇਸ ਦੇ ਚਲਦੇ ਹੀ ਮਾਣਯੋਗ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਤੇ ਰਿਹਾ ਕੀਤਾ ਹੈ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਸਾਰੇ ਹੀ ਕਾਂਗਰਸੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉੱਥੇ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਪੰਜਾਬ ਵਿੱਚ ਇਸ ਪਾਰਟੀ ਦੀ ਮੁੜ ਤੋਂ ਸਰਕਾਰ ਬਣੇਗੀ। ਉਹਨਾਂ ਨੇ ਕਿਹਾ ਕਿ ਹਲਕਾ ਭੁਲੱਥ ਦੀ ਸੀਟ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਚਿਤ ਹੀ ਜਾਣਗੇ ਤੇ ਉਹਨਾਂ ਦਾ ਮੁੱਖ ਮੁਕਾਬਲਾ ਅਕਾਲੀ ਦਲ ਪਾਰਟੀ ਨਾਲ ਹੀ ਹੋਏਗਾ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਰੱਦੀ ਮਾਲ ਸੇ ਉਹ ਸਾਰੇ ਉਮੀਦਵਾਰ ਬਣਾ ਦਿੱਤੇ ਨੇ ਅਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਖੋਖਲੀ ਪਾਰਟੀ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਸਿਰਫ ਤੇ ਸਿਰਫ ਡੰਮੀ ਚਿਹਰਾ ਹੈ ਅਤੇ ਜਿਹੜੇ ਪਿੱਛੋਂ ਇਸ ਨੂੰ ਚਲਾਉਣਗੇ ਉਹ ਸਿਰਫ ਤੇ ਸਿਰਫ ਬਿਹਾਰੀ ਹੀ ਹੋਣਗੇ। ਇਸ ਦੇ ਨਾਲ ਹੀ ਉਹਨਾਂ ਨੇ ਚਾਹ ਹੈ ਕਿ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਪੰਜਾਬ ਨੂੰ ਖੋਖਲਾ ਕਰਨ ਦੀਆਂ ਹੈ। ਮਾਨੇ ਦਿੱਤਾ ਦੇਰਫੋਰ ਇਹ ਨਾ ਸਭ ਤੋਂ ਜ਼ਿਆਦਾ ਪੰਜਾਬ ਦੀ ਖਤਰਨਾਕ ਪਾਰਟੀ ਇਹ ਆ। ਅਕਾਲੀ ਦਲ ਤਾਂ ਜਿਹੜਾ ਹੈਗਾ ਜਾਂ ਜੋ ਕਰਤੂਤਾਂ ਉਹਨਾਂ ਨੇ ਕੀਤੀਆਂ ਉਹ ਤਾਂ ਲੋਕਾਂ ਦੇ ਸਾਹਮਣੇ ਆ। ਬੇਅਦਬੀਆਂ, ਬਾਈਬਲ ਕਲਾਂ ਦਾ ਕਤਲ, ਡੇਰੇ ਨੂੰ ਸਪੋਰਟ ਕਰਨ ਵਾਸਤੇ ਆਪਣੀ ਕੌਮ ਦੇ ਅਕਾਲ ਤਖਤ ਦਾ ਦੁਰਉਪਯੋਗ ਐਂਡ ਜੋ ਫੈਡਰਲਿਜ਼ਮ ਨੂੰ ਢਾਹ ਲਾਈ, ਜੰਮੂ ਕਸ਼ਮੀਰ ਦੇ 2 ਟੋਟੇ ਕੀਤੇ ਗਏ। ਇਹਨਾਂ ਬੰਦਿਆਂ ਨੇ ਉੱਥੇ BJP ਨੂੰ ਵੋਟ ਪਾਈ ਤੇ ਹੁਣ ਕਹਿੰਦੇ ਅਸੀਂ ਘੱਟ ਗਿਣਤੀਆਂ ਦੇ ਮੁਦਈ ਆ, ਅਸੀਂ ਸਿੱਖਾਂ ਦੇ ਮੁਦਈ ਆ। ਕਦੇ ਵੀ ਨਹੀਂ ਬਣ ਸਕਦੇ। ਉਹ ਤਾਂ ਸਭ ਕੁਝ ਖਤਮ ਆ। ਆ ਜਿਹੜੀ ਆਮ ਆਦਮੀ ਪਾਰਟੀ, ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਸਿੱਖਾਂ ਨੂੰ ਖਾਸ ਤੌਰ ਤੇ ਬਚ ਜਿਓ ਤੁਸੀਂ। ਇਹ ਬਹੁਤ ਸ਼ਾਤਰ ਆਦਮੀ, ਆਈ ਹੈਵ ਵਰਕਡ ਵਿਦ ਹਿਮ।
ਇਹ ਬਹੁਤ ਖਤਰਨਾਕ ਆਦਮੀ ਆ ਐਂਡ ਰਾਈਟਲੀ ਸੋ ਲੋਕ ਕਹਿੰਦੇ ਨੇ ਕਿ ਆਰਐਸਐਸ ਦੀ ਬੀ ਟੀਮ ਹੈ, 100% ਬੀ ਟੀਮ ਹੈ। ਇਹਦਾ ਜਿਹੜਾ ਕਿਰਦਾਰ ਆ ਇਹ ਕਦੀ ਵੀ ਪੰਜਾਬ ਨੂੰ ਇਹ ਇਮਾਨਦਾਰੀ ਨਾਲ ਕੰਮ ਨਹੀਂ ਕਰ ਸਕਦਾ। ਜੇ ਕਿਤੇ ਇਹਨਾਂ ਦੀ ਸਰਕਾਰ ਬਣਾਤੀ ਲੋਕਾਂ ਨੇ, ਇਹ ਸਾਰੇ, ਮਾਫ ਕਰਨਾ ਮੈਂ ਸ਼ਬਦ ਵਰਤਣ ਲੱਗਿਆ, ਨਾਟ ਆਊਟ ਆਫ ਡਿਸਰਿਸਪੈਕਟ, ਇਹ ਸਰਕਾਰ ਭਈਏ ਚਲਾਉਣਗੇ। ਹਰ ਡਿਪਾਰਟਮੈਂਟ ਵਿੱਚ ਚੁਣ ਕੇ ਇਹਨਾਂ ਦਾ ਦਿੱਲੀੋਂ ਇੱਕ ਭਈਆ ਬੈਠੇਗਾ, ਮਿਨਿਸਟਰਸ ਹੋਣਗੇ ਡੰਮੀ, ਭਗਵੰਤ ਮਾਨ ਹੋਵੇਗਾ ਡੰਮੀ। ਭਗਵੰਤ ਮਾਨ ਦੇ ਕਹਿਣ ਤੇ ਇੱਕ ਸੀਟ ਨਹੀਂ ਦਿੱਤੀ ਕੇਜਰੀਵਾਲ ਨੇ। ਕੇਜਰੀਵਾਲ ਕਹਿੰਦਾ 90 ਸੀਟਾਂ ਦਿੱਤੀਆਂ, ਭਗਵੰਤ ਨੂੰ ਕਹੇ ਸਹੁੰ ਖਾ ਕੇ, ਮਾਤਾ ਵਾਲੀ ਸਹੁੰ ਨਹੀਂ ਜਿਹੜੀਆਂ ਨੇ ਬਰਨਾਲੇ ਖਾਧੀ ਸੀਗੀ, ਸਹੁੰ ਖਾ ਕੇ ਕਵੇ ਕਿ ਮੇਰੇ ਕਹਿਣ ਦੇ ਉੱਤੇ ਕੋਈ ਸੀਟ ਦਿੱਤੀ ਹੈ। ਧੂਰੀ ਵਾਲੀ ਵੀ ਮਿਹਨਤ ਕੱਢ ਕੇ ਇਸ ਨੂੰ ਸੀਟ ਅਖੀਰ ਵਿੱਚ ਇਹਨਾਂ ਲੰਮੇ ਪਾ ਕੇ ਇਹਨੂੰ ਸੀਟ ਦਿੱਤੀ ਹੈ। ਇਸ ਕਰਕੇ ਭਗਵੰਤ ਵਿਲ ਬੀ ਅ ਡਮੀ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਜਨਮ ਦਿਨ ਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਨਮ ਦਿਨ ਵੀ ਹੈ ਅਤੇ ਜਿੱਥੇ ਪੂਰੇ ਦੇਸ਼ ਤੋਂ ਉਹਨਾਂ ਨੂੰ ਵਧਾਈਆਂ ਆ ਰਹੀਆਂ ਨੇ ਉੱਥੇ ਉਹਨਾਂ ਨੇ ਆਪਣਾ ਖਾਸ ਦਿਨ ਵੀ ਹੈ ਅਤੇ ਅੱਜ ਉਹਨਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਕਰੀਬ 13 ਸਾਲ ਬਾਅਦ ਉਹ ਕੇਂਦਰ ਦੀ ਰਾਜਨੀਤੀ ਨੂੰ ਛੱਡ ਪੰਜਾਬ ਦੀ ਰਾਜਨੀਤੀ 'ਚ ਮੁੜ ਆਪਣੇ ਪੁਰਾਣੇ ਜੱਦੀ ਹਲਕੇ ਤੋਂ ਸ਼ੁਰੂਆਤ ਕਰ ਰਹੇ ਨੇ ਅਤੇ ਅੱਗੇ ਵੀ ਹਲਕੇ ਦੇ ਲੋਕਾਂ ਨੇ ਸਮਰਥਨ ਦਿੱਤਾ ਹੈ ਅਤੇ ਆਸ ਹੈ ਕਿ ਵੱਡਾ ਸਹਿਯੋਗ ਹੁਣ ਵੀ ਲੋਕਾਂ ਦਾ ਮਿਲੇਗਾ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ 11 MP ਨੇ ਅਤੇ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਇਕੱਲੇ ਪੰਜਾਬ ਦੀ ਰਾਜਨੀਤੀ ਵਿੱਚ ਚੋਣ ਲੜਨ ਦਾ ਮੌਕਾ ਦਿੱਤਾ। ਇਸ ਦੇ ਨਾਲ ਹੀ ਪੈਗਸਸ ਜਾਸੂਸੀ ਸੌਫਟਵੇਅਰ ਮਾਮਲੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਾਂਗਰਸ ਤਾਂ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਪੈਗਸਸ ਜਾਸੂਸੀ ਲਈ ਕੇਂਦਰ 'ਚ ਬੈਠੇ ਨਰਿੰਦਰ ਮੋਦੀ ਵੱਲੋਂ ਖਰੀਦ ਕੀਤਾ ਹੈ ਅਤੇ ਜਦਕਿ ਇਸ ਰਾਹੀਂ ਦੇਸ਼ ਦੇ ਰਾਜਨੇਤਾਵਾਂ ਤੇ ਜੱਜਾਂ ਤੇ ਹੋਰਨਾਂ ਦੀ ਜਾਸੂਸੀ ਸਰਕਾਰ ਕਰ ਰਹੀ ਹੈ ਜੋ ਸਰਕਾਰ ਦੀ ਇਹ ਰੀਤ ਚੰਗੀ ਨਹੀਂ। ਇਸ ਦੇ ਨਾਲ ਹੀ ਭਾਜਪਾ ਧਨਾੜ ਪਾਰਟੀ ਹੋਣ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦੇਸ਼ ਦੇ ਵੱਡੇ ਘਰਾਣੇ ਸਾਰਾ ਪੈਸਾ ਭਾਜਪਾ ਨੂੰ ਦੇ ਰਹੇ ਨੇ ਤੇ ਭਾਜਪਾ ਨੂੰ ਪਤਾ ਹੈ ਕਿ ਕਿਵੇਂ ਪੈਸਾ ਇਕੱਠਾ ਕਰਨਾ ਹੈ ਕਿਉਂਕਿ ਜੋ ਈਡੀ ਅਤੇ ਸੀਬੀਆਈ ਹੈ ਇਸ ਤੇ ਦਬਾਅ ਬਣਾਉਣ ਲਈ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਤੰਜ ਕਾਸਤੇ ਉਹਨਾਂ ਨੇ ਕਿਹਾ ਕਿ ਭਾਜਪਾ ਗਰੀਬ ਨਹੀਂ ਜਲਦ ਆਪ ਵੀ ਅਮੀਰ ਹੋਵੇਗੀ। ਸਾਡੇ ਸਾਰਿਆਂ ਵਾਸਤੇ ਵਿਸ਼ੇਸ਼ ਤੌਰ ਸਮੁੱਚੀ ਕਾਂਗਰਸ ਵਾਸਤੇ ਸਾਰੇ ਇਸ ਏਰੀਏ ਦੇ ਮੇਰੇ ਵੀਰਾਂ ਵਾਸਤੇ ਵਰਕਰਸ ਵਾਸਤੇ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਠਾਕੁਰ ਬਲਰਾਜ ਸਿੰਘ ਜੀ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ, ਮੇਰੇ ਨੂੰ ਵੱਡੇ ਨੇ, ਹਮੇਸ਼ਾ ਜਿਨ੍ਹਾਂ ਨੂੰ ਮੈਂ ਆਪਣੇ ਭਰਾ ਦਾ ਦਰਜਾ ਦਿੱਤਾ ਉਹਨਾਂ ਨੇ, ਕਿਉਂਕਿ ਦਾਸ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੈਂਡੀਡੇਟ ਹੈ ਕਾਦੀਆਂ ਅਸੈਂਬਲੀ ਹਲਕੇ ਤੋਂ, ਉਹਨਾਂ ਦੀ ਤੇ ਉਹਨਾਂ ਦੇ ਸਾਰੇ ਸਾਥੀਆਂ ਦੀ ਬੇਨਤੀ ਨੂੰ ਕਬੂਲ ਕਰਦੇ ਹੋਏ ਜਿਸ ਕਿਸਾਨ ਜਥੇਬੰਦੀ ਵੱਲੋਂ ਉਹਨਾਂ ਨੂੰ ਟਿਕਟ ਮਿਲੀ ਸੀ ਸੰਯੁਕਤ ਸਮਾਜ ਮੋਰਚੇ ਵੱਲੋਂ, ਉਹਨਾਂ ਨੇ ਹੱਥ ਜੋੜ ਕੇ ਟਿਕਟ ਵਾਪਸ ਕਰ ਦਿੱਤੀ। ਉਹਨਾਂ ਨੇ ਫੈਸਲਾ ਕੀਤਾ, ਉਹਨਾਂ ਮੈਨੂੰ ਵੀ ਇਹ ਗੱਲ ਕਹੀ ਕਿ ਬਾਜਵਾ ਸਾਹਿਬ ਕਿਉਂਕਿ ਤੁਸੀਂ ਕਿਸਾਨੀ ਮੋਰਚੇ ਵਿੱਚ ਇੱਕ ਨਮਾਇਆ ਰੋਲ ਅਦਾ ਕੀਤਾ, ਅਸੀਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਸਾਥੀਆਂ ਦੀ ਬੇਨਤੀ ਨੂੰ ਕਬੂਲ ਕਰਦੇ ਹੋਏ ਮੈਂ ਸੋਚਿਆ ਕਿ ਕਿਸਾਨਾਂ ਦੇ ਦੋ ਹਮਦਰਦ, ਇੱਕ ਤੁਸੀਂ ਹੋ ਇੱਕ ਮੈਂ ਵੀ ਹਾਂ, ਇਹਨਾਂ ਦੀ ਵੋਟ ਦੇ ਵਿੱਚ ਵੰਡ ਨਹੀਂ ਹੋਣੀ ਚਾਹੀਦੀ। ਭਾਵੇਂ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਨੇ ਪਰ ਅਜੇ ਤੱਕ ਕਾਂਗਰਸ ਦਾ ਅੰਦਰੂਨੀ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਹਾਲ ਹੀ ਵਿੱਚ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਵਿੱਚੋਂ ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸੀ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਟਿਕਟ ਕੱਟ ਕੇ ਕਾਂਗਰਸੀ ਵਿਜੇ ਟਿੰਕੂ ਨੂੰ ਦੇਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਆਪਣੇ ਹੀ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਦੇ ਲਈ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਇਸ ਦੇ ਚਲਦੇ ਜਗਮੋਹਨ ਸਿੰਘ ਕੰਗ ਜਿੱਥੇ ਕਾਂਗਰਸੀ ਉਮੀਦਵਾਰ ਵਿਜੇ ਟਿੰਕੂ ਦੇ ਖਿਲਾਫ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਵਾ ਰਹੇ ਨੇ, ਉੱਥੇ ਹੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੋਟਰਾਂ ਨੂੰ ਵੋਟ ਨਾ ਪਾਉਣ ਲਈ ਪ੍ਰਚਾਰ ਕਰ ਰਹੇ ਨੇ। ਇਸ ਦੇ ਚਲਦੇ ਜਗਮੋਹਨ ਸਿੰਘ ਕੰਗ ਨੇ ਮੋਰਿੰਡਾ ਵਿੱਚ ਮੀਡੀਆ ਨਾਲ ਕੀਤੀ ਗੱਲਬਾਤ ਦੌਰਾਨ ਕਿਹਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਅਤੇ ਉਹ ਚੋਣਾਂ ਦੇ ਵਿੱਚ ਮੁੱਖ ਮੰਤਰੀ ਚੰਨੀ ਦੀ ਖੁੱਲ੍ਹ ਕੇ ਮੁਖਾਲਫਤ ਕਰਨਗੇ। ਜਦੋਂ ਤੋਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਉਤਾਰਿਆ ਗਿਆ ਹੈ, ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਲਗਾਤਾਰ ਅੰਦਰੂਨੀ ਕਲੇਸ਼ ਵੱਧਦਾ ਜਾ ਰਿਹਾ ਅਤੇ ਟਿਕਟਾਂ ਦੀ ਵੰਡ ਤੋਂ ਬਾਅਦ ਇਹ ਅੰਦਰੂਨੀ ਕਲੇਸ਼ ਹੋਰ ਵੀ ਵਿਕਰਾਲ ਰੂਪ ਧਾਰ ਚੁੱਕਾ ਹੈ, ਜਿਸ ਦਾ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡਾ नुकसान हो सकता है। याद जीतेंगे। मैं अपील करने आया हूँ मरंडे। आज एक बात, चन्नी को बड़ा इस बात का घमंड है कि मेरे पास बड़ा पैसा है, वोट खरीदूंगा, शराब बांट के जीतूंगा। शराब बांटने पर मैं कहूँगा इलेक्शन कमीशन को
यहाँ पूरी CID हो और यहाँ पूरा पहरा लगे और हमारे साथी देखेंगे कि पैसा ना हो, क्योंकि कुछ लोग शराब पी के हो जाते हैं, समाज में हर तरह के लोग होते हैं। मैंने लोगों को कहा है चन्नी को वोट नहीं डालनी, कांग्रेस का भी कमीने आदमी को, घटिया आदमी को, डबल स्टंट वाले को वोट जिसको मर्जी डाल दो, पर इसकी घीसी करा दो, यदि घीसी करा दो ऐसी फिर पता लगे कि जुगनू कंगना टक्कर ली है। मैं सुंदरपाल सिंह कंग का बेटा है, अणखी आदमी है, सब्र मेरे बहुत ज़्यादा है, पर जब पुल से पानी गुजर जाए तो जैसे गुरु साहब ने कहा है जब ही बाण ला के। ਪੰਜਾਬ ਵਿੱਚ ਅਗਲੇ ਕੁਝ ਦਿਨਾਂ 'ਚ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਚੁਣੇ ਜਾਣ ਵਾਲੇ ਨਾਮ ਨੂੰ ਲੈ ਕੇ ਕਾਂਗਰਸ ਦੇ ਅੰਦਰ ਚੱਲ ਰਹੀ ਖਿੱਚੋਤਾਣ ਦਰਮਿਆਨ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਤੇ ਉਹੀ ਵਿਅਕਤੀ ਵਿਰਾਜਮਾਨ ਹੋਏਗਾ ਜਿਸ ਤੇ ਪਰਮਾਤਮਾ ਦੀ ਮਿਹਰ ਹੋਏਗੀ। ਉਹਨਾਂ ਨੇ ਕਿਹਾ ਕਿ ਦੋ ਮਹਾਰਥੀਆਂ ਦੀ ਲੜਾਈ ਵਿੱਚ ਤੀਜੇ ਨੇਤਾ ਦਾ ਨੰਬਰ ਲੱਗਣ ਬਾਰੇ ਉਹ ਕੁਝ ਨਹੀਂ ਕਹਿਣਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪਿਛਲੀ ਵਾਰ ਤਾਂ ਉਹਨਾਂ ਦੇ ਨਾਂ ਤੇ ਸਹਿਮਤੀ ਹੋ ਗਈ ਸੀ, ਰੰਧਾਵਾ ਨੇ ਕਿਹਾ ਕਿ ਇਹ ਠੀਕ ਹੈ ਕਿ ਪਿਛਲੀ ਵਾਰ ਉਹਨਾਂ ਦੇ ਨਾਮ ਤੇ ਸਹਿਮਤੀ ਬਣ ਗਈ ਸੀ। ਕਾਂਗਰਸ ਲੀਡਰਸ਼ਿਪ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਮੋਹਰ ਲਗਾਈ ਅਤੇ ਉਹਨਾਂ ਨੇ ਵੀ ਕਾਂਗਰਸ ਲੀਡਰਸ਼ਿਪ ਦੇ ਫੈਸਲੇ ਨੂੰ ਸਵੀਕਾਰ ਕੀਤਾ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਉਹਨਾਂ ਨੂੰ ਸਭ ਤੋਂ ਵੱਡਾ ਗ੍ਰਹਿ ਵਿਭਾਗ ਸੌਂਪਿਆ ਤੇ ਗ੍ਰਹਿ ਮਹਿਕਮਾ ਮਿਲਣ ਤੋਂ ਬਾਅਦ ਉਹਨਾਂ ਨੂੰ ਵੀ ਖੁਸ਼ੀ ਹੋਈ। ਉਹਨਾਂ ਨੇ ਕਿਹਾ ਕਿ 111 ਦਿਨਾਂ ਦੀ ਸਰਕਾਰ ਦੇ ਦੌਰੇ ਤੇ ਕਾਫੀ ਕੰਮ ਹੋਏ ਨੇ ਅਤੇ ਕਈ ਕੰਮ ਅਜੇ ਕੀਤੇ ਜਾਣੇ ਬਾਕੀ ਨੇ। ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਪੂਰਾ ਕੀਤਾ ਜਾਏਗਾ। ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸ਼ਨੀਚਰਵਾਰ ਨੂੰ ਵੱਡਾ ਖੁਲਾਸਾ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇੱਕ ਵਿਧਾਇਕ ਉਹਨਾਂ ਤੇ ਮਾਸੂਮ ਲੜਕੇ ਨੂੰ ਫਸਾਉਣ ਲਈ ਦਬਾਅ ਪਾ ਰਿਹਾ। ਉਹਨਾਂ ਨੇ ਕਿਹਾ ਕਿ ਜੇਕਰ ਮੈਂ ਉਸ ਦਾ ਨਾਮ ਜਨਤਕ ਕਰ ਦਿੰਦੀ ਹਾਂ ਤਾਂ ਚੋਣਾਂ 'ਚ ਕਿਸੇ ਪਾਰਟੀ ਦਾ 5% ਵੋਟ ਬੈਂਕ ਖਿਸਕ ਜਾਏਗਾ ਤੇ ਪੰਜਾਬ ਦੀ ਰਾਜਨੀਤੀ ਵਿੱਚ ਭੁਚਾਲ ਆ ਜਾਏਗਾ। ਉਹਨਾਂ ਨੇ ਦੱਸਿਆ ਕਿ ਉਸ ਮਾਮਲੇ ਬਾਰੇ ਮੇਲ ਜ਼ਰੀਏ ਸੁਪਰੀਮ ਕੋਰਟ ਨੂੰ ਸ਼ਿਕਾਇਤ ਕਰ ਚੁੱਕੇ ਨੇ। ਸ਼ਨੀਚਰਵਾਰ ਨੂੰ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ, ਫੋਨ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ, ਉਹ ਇਸ ਸਭ ਤੋਂ ਬਹੁਤ ਦੁਖੀ ਨੇ। ਉਹਨਾਂ ਨੇ ਕਿਹਾ ਕਿ ਜੇਕਰ ਮਹਿਲਾ ਕਮਿਸ਼ਨ ਨੂੰ ਧਮਕੀਆਂ ਦੇਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਭਾਰਤ ਸਰਕਾਰ ਨੂੰ ਸਾਰੇ ਕਮਿਸ਼ਨ ਬੰਦ ਕਰ ਦੇਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਹੁਣ ਉਹ ਇਸ ਮਾਮਲੇ ਵਿੱਚ ਕਿਸੇ ਵੀ ਧਮਕੀ ਤੋਂ ਨਹੀਂ ਡਰਨਗੇ, ਜੋ ਵੀ ਹੋਏਗਾ ਉਹ ਮਜ਼ਬੂਤੀ ਨਾਲ ਇਸ ਦਾ ਸਾਹਮਣਾ ਕਰਨਗੇ। ਉਹਨਾਂ ਨੇ ਦੱਸਿਆ ਕਿ ਮੇਰੇ ਤੇ ਇੱਕ ਵਿਧਾਇਕ ਰਾਹੀਂ ਇੱਕ ਮਾਸੂਮ ਲੜਕੇ ਨੂੰ ਫਸਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਵਿਧਾਇਕ ਨੇ ਧਮਕੀ ਦਿੱਤੀ ਹੈ ਕਿ ਉਹਨਾਂ ਦੀ ਸਰਕਾਰ ਬਣਨ ਤੇ ਉਸ ਨੂੰ ਦੇਖ ਲਏਗਾ। ਗੁਲਾਟੀ ਨੇ ਕਿਹਾ ਕਿ ਜੇਕਰ ਮੈਂ ਵਿਧਾਇਕ ਦੇ ਨਾਮ ਦਾ ਖੁਲਾਸਾ ਕਰਦੀ ਹਾਂ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਭੁਚਾਲ ਆਵੇਗਾ। ਨਾਲ ਹੀ ਜੇਕਰ ਪਾਰਟੀ ਦਾ ਨਾਮ ਲਿਆ ਤਾਂ 5% ਤੱਕ ਵੋਟ ਦਾ ਨੁਕਸਾਨ ਹੋਏਗਾ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਕਰਨ ਦਾ ਸਮਾਂ ਨਹੀਂ ਆਇਆ ਹੈ। ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਸੁਖਨਾ ਝੀਲ ਤੇ ਆਪਣੀਆਂ ਜ਼ਿਆਦਾਤਰ ਸੇਵਾਵਾਂ ਲਈ ਕੈਸ਼ਲੈਸ ਪੇਮੈਂਟ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਬੋਟਿੰਗ, ਫੂਡ ਕੋਰਟ ਅਤੇ ਸ਼ੈਫ ਲੇਕ ਵਿਊ ਰੈਸਟੋਰੈਂਟ ਤੇ ਇਹ ਸਹੂਲਤ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਇੱਥੇ ਹੁਣ ਕਾਰਡ ਨਾਲ ਪੇਮੈਂਟ ਹੋਏਗੀ। ਕਰੋਨਾ ਕਾਰਨ ਵੀ ਅਹਿਮ ਹੈ ਕਿਉਂਕਿ ਵਿਭਾਗ ਕਾਫੀ ਸਮੇਂ ਤੋਂ ਕੈਸ਼ਲੈਸ ਪੇਮੈਂਟ ਦੀ ਸਹੂਲਤ ਸ਼ੁਰੂ ਕਰਨ ਲਈ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਫੂਡ ਕੋਰਟ ਵਿੱਚ ਜਾਣ ਤੇ ਤੁਹਾਡਾ ਰੀਚਾਰਜ ਕਾਰਡ ਬਣ ਜਾਂਦਾ ਹੈ, ਉਂਝ ਹੀ ਸੁਖਨਾ ਝੀਲ ਤੇ ਬੋਟਿੰਗ, ਫੂਡ ਕੋਰਟ ਅਤੇ ਰੈਸਟੋਰੈਂਟ ਵਿੱਚ ਮੁਸਾਫਰਾਂ ਦਾ ਕਾਰਡ ਬਣੇਗਾ। ਇਸ ਕਾਰਡ ਨੂੰ ਸਹੂਲਤ ਅਨੁਸਾਰ ਰੀਚਾਰਜ ਕਰਵਾ ਕੇ ਲੋਕ ਇੱਥੇ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਸੰਬੰਧੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੁਖਨਾ ਝੀਲ ਤੇ ਸਿਟੋਕੋ ਨੇ ਜ਼ਿਆਦਾਤਰ ਸੇਵਾਵਾਂ ਲਈ ਕੈਸ਼ਲੈਸ ਪੇਮੈਂਟ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਹੁਣ ਬੋਟਿੰਗ ਲਈ ਲੋਕ ਕਾਰਡ ਨਾਲ ਹੀ ਪੇਮੈਂਟ ਕਰ ਸਕਣਗੇ। ਦੱਸਣਯੋਗ ਹੈ ਕਿ ਕਾਰਡ ਲਈ ਲੋਕਾਂ ਨੂੰ ਇੱਕ ਵਾਰ ਸਿਕਿਉਰਿਟੀ ਮਨੀ ਦੇ ਰੂਪ ਵਿੱਚ 30 ਰੁਪਏ ਦੇਣੇ ਪੈਣਗੇ, ਜਿਸ ਤੋਂ ਬਾਅਦ ਹੀ ਉਹ ਆਪਣੀ ਸਹੂਲਤ ਅਨੁਸਾਰ ਕਾਰਡ ਨੂੰ ਰੀਚਾਰਜ ਕਰਵਾ ਸਕਣਗੇ ਤੇ ਉਸ ਨਾਲ ਪੇਮੈਂਟ ਕਰ ਸਕਣਗੇ। ਹਾਲਾਂਕਿ ਕਾਰਡ ਵਾਪਸ ਕਰਨ ਤੇ ਇਹ 30 ਰੁਪਏ ਦੀ ਸਿਕਿਉਰਿਟੀ ਮਨੀ ਰਿਫੰਡ ਹੋ ਜਾਏਗੀ। ਨਾਲ ਹੀ ਸਾਰੀਆਂ ਸੇਵਾਵਾਂ ਲਈ ਪਹਿਲਾਂ ਵਾਂਗ ਪੇਮੈਂਟ ਦਾ ਸਿਸਟਮ ਜਾਰੀ ਰਹੇਗਾ। ਦੱਸਣਯੋਗ ਹੈ ਕਿ ਕਰੋਨਾ ਦੇ ਕੇਸ ਘੱਟ ਹੋਣ ਤੋਂ ਬਾਅਦ ਹੀ ਸ਼ੁੱਕਰਵਾਰ ਤੋਂ ਸੁਖਨਾ ਝੀਲ ਤੇ ਦੁਬਾਰਾ ਸਾਰੀਆਂ ਗਤੀਵਿਧੀਆਂ ਸ਼ੁਰੂ ਹੋਈਆਂ ਨੇ, ਜਿਸ ਦੇ ਨਾਲ ਹੀ ਕੈਸ਼ਲੈਸ ਪੇਮੈਂਟ ਦੀ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਬੀਤੀ 3 ਜਨਵਰੀ ਨੂੰ ਪ੍ਰਸ਼ਾਸਨ ਨੇ ਕਰੋਨਾ ਦੀ ਤੀਜੀ ਲਹਿਰ ਆਉਣ ਤੋਂ ਬਾਅਦ ਵੋਟਿੰਗ ਅਤੇ ਹੋਰ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਸੀ। ਕਰੋਨਾ ਦਾ ਖਤਰਾ ਘੱਟ ਹੋਣ ਤੋਂ ਬਾਅਦ ਹੀ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਸ਼ਨੀਵਾਰ ਨੂੰ ਝੀਲ ਤੇ 150 ਲੋਕਾਂ ਨੇ ਵੋਟਿੰਗ ਕੀਤੀ, ਜਦੋਂ ਕਿ ਸ਼ੁੱਕਰਵਾਰ ਨੂੰ
60 ਲੋਕਾਂ ਨੇ VOTING ਦਾ ਮਜ਼ਾ ਲਿਆ। ਹਾਲਾਂਕਿ ਵੀਕਐਂਡਸ ਪਹਿਲਾਂ ਦੇ ਮੁਕਾਬਲੇ ਇਹ ਗਿਣਤੀ ਬੇहद ਘੱਟ ਹੈ। ਇਸ ਦੇ ਪਿੱਛੇ ਕਾਰਨ ਸਟੋਕੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਜ਼ਿਆਦਾਤਰ ਸੈਲਾਨੀਆਂ ਨੂੰ ਝੀਲ ਦੇ ਐਕਟੀਵਿਟੀ ਦੁਬਾਰਾ ਸ਼ੁਰੂ ਹੋਣ ਦੀ ਪੂਰੀ ਜਾਣਕਾਰੀ ਨਹੀਂ ਹੈ। ਇਸ ਲਈ ਅਜੇ ਫਿਲਹਾਲ ਘੱਟ ਗਿਣਤੀ 'ਚ ਲੋਕ VOTING ਲਈ ਪੁੱਜੇ ਨੇ। ਹੌਲੀ-ਹੌਲੀ ਇੱਥੇ ਲੋਕਾਂ ਦੀ ਗਿਣਤੀ ਵਧਣ ਲੱਗੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।